ਹੈਲੋ ਦੋਸਤੋ, ਅੱਜ ਮੈਂ ਕੁਛ ਹੋਰ ਗੱਲ ਤੁਹਾਡੇ ਨਾਲ ਕਰਨੀ ਆ ਕੁਛ ਪੋਲੀਟਿਕਸ ਬਾਰੇ। ਮੈਂ ਇਹਨਾਂ ਦਿਨਾਂ ਵਿੱਚ ਤੁਹਾਨੂੰ ਪਤਾ ਕਿ ਇੰਗਲੈਂਡ ਦੇ ਵਿੱਚ ਯੂਕੇ ਦੇ ਵਿੱਚ ਪ੍ਰਧਾਨ ਮੰਤਰੀ ਬਾਰੇ ਕੁਛ ਚੋਣ ਹੋ ਰਹੀ ਹੈ। ਬੋਰਿਸ ਜੌਨਸਨ ਨੇ ਜਦੋਂ ਅਸਤੀਫਾ ਦੇ ਦਿੱਤਾ ਅਤੇ ਟੋਰੀ ਪਾਰਟੀ ਨੂੰ ਆਪਣਾ ਲੀਡਰ ਚਾਹੀਦਾ, ਤਾਂ ਲੀਡਰ ਦੀ ਅੱਜ ਕੱਲ੍ਹ ਚੋਣ ਹੋ ਰਹੀ ਹੈ। ਚੋਣ ਵਿੱਚ ਬਹੁਤ ਸਾਰੇ ਬੰਦੇ ਮੁਰੇ ਸਨ, ਪਰ ਉਹ ਸ਼ਾਰਟਲਿਸਟ ਹੁੰਦੇ ਇਸ ਲਈ ਦੋ ਬੰਦੇ ਰਹਿ ਗਏ। ਇੱਕ ਤਾਂ ਰਿਸ਼ੀ ਸੁਨਕ ਹੈ ਅਤੇ ਦੂਸਰੀ ਲਿਜ਼ ਟਰੱਸ ਬ੍ਰਿਟਿਸ਼ ਬੋਰਨ ਅਤੇ ਅੰਗਰੇਜ਼ ਔਰਤ ਹੈ। ਅਤੇ ਰਿਸ਼ੀ ਸੁਨਕ ਹੈ ਜੋ ਉਹ 42 ਸਾਲ ਦਾ ਭਾਰਤੀ ਮੂਲ ਦਾ ਨੌਜਵਾਨ ਇੱਕ ਪੜ੍ਹਿਆ ਲਿਖਿਆ ਇੱਕ ਆਦਮੀ ਹੈ। ਉਹ ਇਸ ਵੇਲੇ ਉਹ ਫਾਈਨਾਂਸ ਮਿਨਿਸਟਰ ਹੈ ਯੂਕੇ ਦਾ, ਅਤੇ ਪਹਿਲੀ ਟੀਮ ਦੇ ਵਿੱਚ ਪਹਿਲੀ ਗੌਰਮੈਂਟ ਵਿੱਚ ਵੀ ਸੀ। ਅਤੇ ਉਹਨਾਂ ਦੋਨਾਂ ਵਿੱਚ ਆਪਸ 'ਚ ਟਾਕਰਾ ਹੈ, ਮੁਕਾਬਲਾ ਚੱਲ ਰਿਹਾ। ਅਤੇ ਬਹੁਤ ਸਾਰੇ ਓਪੀਨੀਅਨ ਪੋਲ ਜਿਹੜੀ ਇੱਥੇ ਦੀ ਉਹ ਥੋੜ੍ਹੀ ਜਿਹੀ ਰਿਸ਼ੀ ਸੁਨਕ ਦੇ ਖਿਲਾਫ ਜਾ ਰਹੀ ਹੈ, ਅਤੇ ਉਹ ਓਪੀਨੀਅਨ ਪੋਲ ਜਿਹੜੀ ਆ ਉਹ ਲਿਜ਼ ਟਰੱਸ ਨੂੰ ਫੇਵਰ ਵਿੱਚ ਹੈ। ਪਰ ਮੈਂ ਇਹ ਸੋਚਦਾ ਕਿ ਇਹ ਜਿਹੜੀ ਸਾਰੀ ਰਿਸ਼ੀ ਸੁਨਕ ਅੱਗੇ ਹੈ। ਰਿਸ਼ੀ ਸੁਨਕ ਦੀ ਪਾਲਿਸੀ ਨਾਲ ਕੋਈ ਸਹਿਮਤ ਨਹੀਂ। ਮੈਂ ਕਦੇ ਵੀ ਟੋਰੀ ਪਾਰਟੀ ਨਾਲ ਸਹਿਮਤ ਨਹੀਂ ਹੋਇਆ, ਬਲਕਿ ਸਾਡੇ ਇਸ ਵੇਲੇ 3 ਏਸ਼ੀਅਨ ਮਿਨਿਸਟਰ ਹੈ ਗੌਰਮੈਂਟ ਦੇ ਵਿੱਚ, ਮੈਂ ਤਿੰਨਾਂ ਨਾਲ ਸਹਿਮਤ ਨਹੀਂ। ਉਹ ਸਾਜਿਦ ਜਾਵੇਦ ਹੈ ਜਿਹੜਾ ਹੈਲਥ ਮਿਨਿਸਟਰ ਹੈ ਸ਼ਾਇਦ, ਅਤੇ ਪ੍ਰੀਤੀ ਪਟੇਲ ਹੋਮ ਮਿਨਿਸਟਰ ਹੈ, ਅਤੇ ਇਹ ਰਿਸ਼ੀ ਸੁਨਕ ਫਾਈਨਾਂਸ ਮਿਨਿਸਟਰ ਹੈ। ਪ੍ਰੀਤੀ ਪਟੇਲ ਤਾਂ ਉਹਦੀਆਂ ਤਾਂ ਪਾਲਿਸੀਆਂ ਬਹੁਤ ਖਰਾਬ ਹੈ ਇਮੀਗ੍ਰੇਸ਼ਨ ਦੇ ਮਾਮਲੇ 'ਚ, ਹੋਰ ਵੀ। ਅਤੇ ਇਹ ਰਿਸ਼ੀ ਸੁਨਕ ਦੀਆਂ ਕੁਛ ਪਾਲਿਸੀਆਂ ਵੀ ਬਹੁਤੀਆਂ ਵਧੀਆ ਨਹੀਂ। ਪਰ ਮੇਰੇ ਇਸ ਚੋਣ ਵਿੱਚ ਇੰਟਰਸਟ ਇਹ ਹੈ, ਜਾਂ ਮੈਂ ਚੋਣ ਬਾਰੇ ਬਹੁਤਾ ਇਸ ਕਰਕੇ ਸੋਚਣ ਦੇ ਟਾਈਮ ਦਿੰਦਾ ਕਿ ਕਿਉਂਕਿ ਰਿਸ਼ੀ ਸੁਨਕ ਮੇਰੇ ਰੰਗ ਦਾ ਬੰਦਾ, ਰਿਸ਼ੀ ਸੁਨਕ ਇੱਕ ਕਾਲਾ ਜਾਂ ਬਰਾਊਨ ਬੰਦਾ ਹੈਗਾ। ਮੇਰੀ ਪੀੜ੍ਹੀ ਨੇ ਬਹੁਤ ਸਾਰਾ ਨਸਲਵਾਦ ਦੇਖਿਆ, ਮੇਰੇ ਤੋਂ ਪਹਿਲੀ ਪੀੜ੍ਹੀ ਨੇ ਇਸ ਤੋਂ ਵੀ ਜ਼ਿਆਦਾ ਨਸਲਵਾਦ ਦੇਖਿਆ। ਰੇਸ਼ਲਿਜ਼ਮ ਦੇ ਵਿੱਚ ਸਾਡਿਆਂ ਲੋਕਾਂ ਨੂੰ ਨਸਲਵਾਦੀ ਲੋਕ ਬੱਸ ਸਟਾਪ 'ਤੇ ਖੜ੍ਹੇ ਕੁੱਟ ਕੇ ਭੱਜ ਜਾਂਦੇ ਸੀ, ਰਾਹ ਵਿੱਚ ਤੁਰੇ ਜਾਂਦੇ ਨੂੰ ਕੁੱਟ ਜਾਂਦੇ ਸੀ। ਕਿਉਂਕਿ ਸਾਡਾ ਰੰਗ ਉਹਨਾਂ ਤੋਂ ਵੱਖਰਾ। ਅਤੇ ਖੁਸ਼ੀ ਦੀ ਗੱਲ ਕਿ ਉਸੇ ਰੰਗ ਦਾ ਬੰਦਾ ਅੱਜ ਪ੍ਰਧਾਨ ਮੰਤਰੀ ਦੀ ਕੁਰਸੀ ਦੀ ਦੌੜ ਵਿੱਚ ਹੈ, ਅਤੇ ਕੁਰਸੀ ਦੇ ਬਿਲਕੁਲ ਨੇੜੇ ਪਹੁੰਚ ਚੁੱਕਾ ਹੈ। ਇਸ ਗੱਲ ਦੀ ਖੁਸ਼ੀ ਹੈ। ਅਤੇ ਜਿੱਥੇ ਵੀ ਅੱਜ ਕੱਲ੍ਹ 4 ਲੋਕ ਇਕੱਠੇ ਹੁੰਦੇ ਆ, ਉੱਥੇ ਇਹੀ ਵਿਚਾਰਾਂ ਹੁੰਦੀਆਂ ਕਿ ਕੀ ਰਿਸ਼ੀ ਸੁਨਕ ਪ੍ਰਧਾਨ ਮੰਤਰੀ ਬਣੇਗਾ ਜਾਂ ਨਹੀਂ ਬਣੇਗਾ। ਇਹ ਬੜਾ $1 ਮਿਲੀਅਨ ਕੁਐਸਚਨ ਆ, ਪਰ ਇਹਦਾ ਜਵਾਬ ਤਾਂ 5 ਸਤੰਬਰ ਨੂੰ ਮਿਲੇਗਾ। ਪਰ 5 ਸਤੰਬਰ ਤੋਂ ਪਹਿਲਾਂ ਇਸ ਵੇਲੇ ਮੀਡੀਆ ਵਿੱਚ ਰਿਸ਼ੀ ਸੁਨਕ ਨੂੰ ਬਹੁਤ ਡਿਸਕਸ ਕੀਤਾ ਜਾ ਰਿਹਾ। ਪਰ ਮੈਂ ਕੁਛ ਦੇਰ ਤੋਂ ਜੋ ਕੁਛ ਉਹਦੇ ਬਾਰੇ ਸੁਣਨ ਵਿੱਚ ਜਿਹੜੀਆਂ ਗੱਲਾਂ ਮੈਨੂੰ ਮਿਲੀਆਂ, ਉਹਨਾਂ ਤੋਂ ਮੈਂ ਬੜਾ ਨਿਰਾਸ਼ ਹੋਇਆ। ਮੈਂ ਟੈਲੀਵਿਜ਼ਨ 'ਤੇ ਬਹੁਤਾ ਦੇਖਦਾ ਨਹੀਂ, ਕਿਉਂਕਿ ਸਭ ਕੁਛ ਟੈਲੀਫੋਨ 'ਚ ਆ ਗਿਆ, ਅਤੇ BBC ਖਬਰਾਂ ਦਾ ਸਭ ਤੋਂ ਵਧੀਆ ਸਾਧਨ ਹੁੰਦਾ, ਮੇਰੇ ਕੋਲ ਉਹ ਵੀ ਬਹੁਤਾ ਨਹੀਂ ਦੇਖਿਆ ਜਾਂਦਾ। ਅਤੇ ਮੇਰਾ ਖਬਰਾਂ ਸੁਣਨ ਦਾ ਸੋਰਸ ਰੇਡੀਓ ਹੈ, ਰੇਡੀਓ LBC। ਮੇਰੀ ਕਾਰ ਵਿੱਚ LBC ਰੇਡੀਓ ਹੈ, ਅਤੇ ਮੇਰੇ ਕਮਰੇ 'ਚ LBC ਰੇਡੀਓ ਹੈ। ਮੈਂ ਸਵੇਰੇ ਜਾਗਦਾ LBC ਔਨ ਲਾਉਣਾ, ਅਤੇ ਉਸ ਤਰ੍ਹਾਂ ਵੀ ਘਰ ਵਿੱਚ ਤੁਰਿਆ ਫਿਰਦਾ ਵੀ LBC। ਉਹਦੇ ਪ੍ਰੋਗਰਾਮ ਬੜੇ ਇਨਫੋਰਮੇਟਿਵ ਹੁੰਦੇ ਆ, ਤੁਹਾਨੂੰ ਬਹੁਤ ਜਾਣਕਾਰੀ ਦਿੰਦੇ ਆ, ਅਤੇ ਮੈਨੂੰ ਉੱਥੋਂ ਬੜਾ ਕੁਝ ਸਿੱਖਣ ਨੂੰ ਮਿਲਦਾ। ਅਤੇ ਉਹਦੇ ਕੁਛ ਪ੍ਰੋਗਰਾਮ ਹੈਗੇ ਜਿਹੜੇ ਸਵੇਰੇ ਨਿਕ ਫਰਾਰੀ ਪ੍ਰੋਗਰਾਮ ਦਿੰਦਾ, ਹੋਰ ਬਹੁਤ ਸਾਰੇ ਪ੍ਰੈਜ਼ੈਂਟਰ ਹੈ, ਮੈਂ ਨਾਂ ਨਹੀਂ ਲੈਣਾ ਚਾਹੁੰਦਾ। ਅਤੇ ਪਰ ਅੱਜ ਜਦੋਂ ਦੀ ਹੈ, ਪਿਛਲੇ ਦਿਨਾਂ ਵਿੱਚ ਇਹਨਾਂ ਦੀ ਡਿਬੇਟ ਹੋਈ ਸੀ ਰਿਸ਼ੀ ਸੁਨਕ ਦੀ ਅਤੇ ਲਿਜ਼ ਟਰੱਸ ਦੀ, ਇਹ ਨਾਰਥ ਵਿੱਚ ਕਿਤੇ ਹੋਈ। ਅਤੇ ਦੋਨਾਂ ਦੀ ਡਿਬੇਟ ਦੇ ਵਿੱਚ ਮੈਂ ਡਿਬੇਟ ਸਾਰੀ ਸੁਣੀ, ਅਤੇ ਉਹਦੇ ਵਿੱਚ ਰਿਸ਼ੀ ਸੁਨਕ ਦਾ ਹੱਥ ਉੱਪਰ ਸੀ। ਰਿਸ਼ੀ ਸੁਨਕ ਨੈਸ਼ਨਲ ਮਸਲਿਆਂ ਦੀ ਗੱਲ ਕਰਦਾ ਸੀ, ਅਤੇ ਲਿਜ਼ ਟਰੱਸ ਲੋਕਾਂ ਦੇ ਮਸਲਿਆਂ ਦੀ ਗੱਲ ਕਰਕੇ ਲੋਕਾਂ ਤੋਂ ਤਾੜੀ ਵਜਾ ਰਹੀ ਸੀ। ਉਹ ਯਾਰਕਸ਼ਾਇਰ ਦੇ ਕਿਸੇ ਸ਼ਹਿਰ ਵਿੱਚ ਡਿਬੇਟ ਹੋਈ ਸੀ, ਉਹ ਯਾਰਕਸ਼ਾਇਰ ਦੇ ਮਸਲਿਆਂ ਦੀ ਗੱਲ ਕਰ, ਜੋ ਉਸ ਸ਼ਹਿਰ ਦੇ ਮਸਲਿਆਂ ਦੀ ਗੱਲ ਕਰਦੀ ਸੀ, ਇਸ ਕਰਕੇ ਲੋਕ ਤਾੜੀਆਂ ਜ਼ਿਆਦਾ ਮਾਰ ਰਹੇ ਸੀ। ਅਤੇ ਰੇਡੀਓ ਵਾਲੇ ਇਸ ਗੱਲ ਨੂੰ ਜਾਣਦੇ ਹੋਏ
ਸਮਝਦੇ ਹੋਏ ਉਹ ਰਿਸ਼ੀ ਸੁਨਕ ਦੀ ਡਿਬੇਟ ਨੂੰ ਮਤਲਬ ਉਹਦੇ ਬਾਰੇ ਗੱਲ ਕਰ ਰਹੇ ਸੀ। ਮੈਂ ਸਿਰਫ ਜਿਹੜਾ LBC ਦਾ ਇੱਕ ਪ੍ਰੋਗਰਾਮ ਜਿਹਦੇ ਬਾਰੇ ਮੈਂ ਕੁਛ ਹੋਰ ਗੱਲ ਵਿਚਾਰ ਕਰਨੀ ਕਿ ਹੋਰ ਗੱਲ ਕਰਨੀ ਚਾਹੁੰਦਾ ਕਿ ਉਹ ਮੈਂ ਇੱਕ ਦਿਨ ਮੈਂ ਰੇਡੀਓ 'ਤੇ ਜਾਂਦਾ ਹੋਇਆ ਇੱਕ ਪ੍ਰੋਗਰਾਮ ਸੁਣ ਰਿਹਾ ਸੀ ਕਿ ਇੱਕ ਅਨਾਊਂਸਰ ਰਿਸ਼ੀ ਸੁਨਕ ਨੂੰ ਇੱਕ ਜੋਕਰ ਬਣਾ ਕੇ ਪੇਸ਼ ਕਰ ਰਿਹਾ ਸੀ। ਉਹ ਜਿਹੜੀ ਡਿਬੇਟ ਦੇ ਵਿੱਚ ਰਿਸ਼ੀ ਸੁਨਕ ਦੀਆਂ ਜਿਹੜੀਆਂ ਪੋਜ਼ੀਟਿਵ ਕਈਆਂ ਗੱਲਾਂ ਨੂੰ ਵੀ ਜਿਹੜੀਆਂ ਮਤਲਬ ਟੋਰੀ ਪਾਰਟੀ ਦੇ ਵੋਟਰਾਂ ਨੂੰ ਬਹੁਤ ਚੰਗੀਆਂ ਲੱਗਦੀਆਂ ਹੋਣਗੀਆਂ ਉਹਨਾਂ ਦਾ ਵੀ ਮਜ਼ਾਕ ਉਡਾ ਰਿਹਾ ਸੀ। ਰਿਸ਼ੀ ਸੁਨਕ ਦੀ ਉਹਦੀ ਪਰਸਨੈਲਿਟੀ ਦਾ ਉਹਦੀ ਦਿੱਖ ਦਾ ਉਹਦੀ ਹੋਰ ਨਿੱਜੀ ਗੱਲਾਂ ਦਾ ਉਹਦੇ ਅਮੀਰ ਹੋਣ ਦਾ ਜਿਹੜਾ ਰਿਸ਼ੀ ਸੁਨਕ ਦਾ ਬਾਪ ਸੀ ਉਹ ਡਾਕਟਰ ਸੀ। ਉਹਦਾ ਜਿਹੜਾ ਗ੍ਰੈਂਡਫਾਦਰ ਸੀ ਉਹ ਇੰਗਲੈਂਡ ਵਿੱਚ ਆਇਆ ਸੀ। ਉਸ ਤੋਂ ਬਾਅਦ ਰਿਸ਼ੀ ਸੁਨਕ ਤੀਸਰੀ ਪੀੜ੍ਹੀ ਆ ਅਤੇ ਉਹਦਾ ਗ੍ਰੈਂਡਫਾਦਰ ਸਧਾਰਨ ਬੰਦਾ ਸੀ ਪਰ ਰਿਸ਼ੀ ਸੁਨਕ ਬਿਜ਼ਨਸ 'ਚ ਪੈ ਕੇ ਬਹੁਤ ਅਮੀਰ ਹੋ ਗਿਆ ਅਤੇ ਉਸ ਦੀ ਪਤਨੀ ਜਿਸ ਔਰਤ ਨਾਲ ਉਸਨੇ ਵਿਆਹ ਕਰਾਇਆ ਉਹ ਬਹੁਤ ਅਮੀਰ ਹੈ ਅਤੇ ਉਸ ਦੇ ਉੱਪਰ ਕੋਈ ਇਲਜ਼ਾਮ ਲਾਏ ਜਾਂਦੇ ਆ ਕਿਉਂਕਿ ਉਹ ਵੀ ਭਾਰਤੀ ਮੂਲ ਦੀ ਹੈ। ਉਹਦਾ ਭਾਰਤ ਵਿੱਚ ਵੀ ਬਿਜ਼ਨਸ ਹੈ, ਉਹਦਾ ਹੋਰ ਮੁਲਕਾਂ 'ਚ ਵੀ ਵਪਾਰ ਹੈ ਅਤੇ ਇਹੋ ਜਿਹੀਆਂ ਗੱਲਾਂ ਲੈ ਕੇ ਚਲੋ ਉਹ ਇਹ ਤਾਂ ਉਹ ਇਲਜ਼ਾਮ ਲਾਉਣੇ ਤਾਂ ਜੇ ਪੋਲੀਟੀਕਲ ਗੱਲ ਹੈ ਉਹ ਤਾਂ ਠੀਕ ਹੈ ਪਰ ਉਹਦੀ ਪਰਸਨੈਲਿਟੀ ਨੂੰ ਜਾਂ ਉਹ ਸਿੱਧਾ ਤੱਕ ਜਿਹੜੀ ਕਿਉਂਕਿ ਹੁਣ ਕਿਸੇ ਨੂੰ ਸਿੱਧਾ ਕਾਲਾ ਕਹਿ ਦੇਣਾ ਤਾਂ ਹੁਣ ਕਾਲਾ ਹੋਣ ਕਰਕੇ ਉਹਨੂੰ ਡਿਸਕ੍ਰਿਮੀਨੇਟ ਕਰਨਾ ਗੈਰ ਕਾਨੂੰਨੀ ਆ। ਇਹ ਸਿੱਧਾ ਕੋਈ ਰੇਡੀਓ ਵਾਲੇ ਕਹਿ ਨਹੀਂ ਸਕਦੇ ਪਰ ਉਹਨੂੰ ਇਸ ਤਰੀਕੇ ਨਾਲ ਜੋਕਰ ਬਣਾ ਕੇ ਪੇਸ਼ ਕਰ ਰਹੇ ਆ ਜਾਂ ਉਹਦੇ ਉੱਤੇ ਹੱਸ ਰਹੇ ਆ। ਅਤੇ ਉਹ ਪ੍ਰੋਗਰਾਮ ਇੱਕ ਸੁਣ ਰਿਹਾ ਸੀ ਪ੍ਰੋਗਰਾਮ ਦੇ ਵਿੱਚ ਉਹਨੂੰ ਨਾਰਮਨ ਵਿਜ਼ਡਮ ਕਿਹਾ ਗਿਆ। ਨਾਰਮਨ ਵਿਜ਼ਡਮ ਇੱਕ ਬ੍ਰਿਟਿਸ਼ ਕਮੇਡੀਅਨ ਹੋਇਆ ਬਹੁਤ ਵੱਡਾ ਪਰ ਉਹ ਕੰਬਲੀਆਂ ਹਰਕਤਾਂ ਕਰਕੇ ਲੋਕਾਂ ਵਿੱਚ ਹਾਸਾ ਪੈਦਾ ਕਰਦਾ ਸੀ। ਉਹਨੂੰ ਇਹ ਕਹਿ ਰਿਹਾ ਕਿ ਲੋਕਾਂ ਵਿੱਚ ਨਾਰਮਨ ਵਿਜ਼ਡਮ ਵਾਂਗੂ ਇਹ ਲੋਕਾਂ ਵਿੱਚ ਹਾਸਾ ਪੈਦਾ ਕਰ ਰਿਹਾ ਜਾਂ ਇਹ ਉਹਦੀ ਦਿੱਖ ਉਹਦੇ ਵਰਗੀ ਹੈ। ਸਾਨੂੰ ਉਹਦਾ ਚੇਤਾ ਆ ਜਾਂਦਾ ਵੀ ਇਹ ਜੋਕਰ ਹੈਗਾ ਅਤੇ ਉਹਨੂੰ ਉਹਦੀਆਂ ਪਾਲਿਸੀਆਂ ਨੂੰ ਕੁਛ ਕਹੋ ਠੀਕ ਆ ਪਰ ਉਹ ਕੁਛ ਹੋਰ ਪ੍ਰੋਗਰਾਮ ਵੀ ਮੈਂ ਦੇਖੇ, ਕੁਛ ਅਖਬਾਰਾਂ ਵੀ ਦੇਖੀਆਂ ਉਹ ਰਿਸ਼ੀ ਸੁਨਕ ਉੱਪਰ ਉਹ ਸਿੱਧਾ ਨਹੀਂ ਕਹਿ ਰਹੇ ਕਿ ਕਾਲਾ ਇਹਨੂੰ ਵੋਟ ਨਹੀਂ ਪਾਉਣੀ ਚਾਹੀਦੀ ਪਰ ਉਹਨੂੰ ਇਸ ਤਰੀਕੇ ਨਾਲ ਪੇਸ਼ ਕੀਤਾ ਜਾ ਰਿਹਾ ਕਿ ਉਹਨੂੰ ਇੱਕ ਘਟੀਆ ਇਨਸਾਨ ਬਣਾ ਕੇ ਪੇਸ਼ ਕੀਤਾ ਰਿਹਾ। ਮੈਨੂੰ ਇਸ ਗੱਲ ਦਾ ਬੜਾ ਦੁੱਖ ਹੋਇਆ। ਮੈਂ ਜਿੰਨਾ ਚਿਰ ਮੈਂ LBC ਦਾ ਰੈਗੂਲਰ ਲਿਸਨਰ ਹਾਂ, ਮੈਂ ਕਿਤੇ ਮੈਨੂੰ ਮੌਕਾ ਮਿਲਿਆ ਮੈਂ ਆਪਣਾ ਇਹ ਇਤਰਾਜ਼ ਦਰਜ ਵੀ ਕਰਾਊਂਗਾ ਪਰ ਮੈਂ ਆਪਣੇ ਆਪ ਨੂੰ ਫੈਸਲਾ ਕੀਤਾ ਵੀ ਜਿੰਨਾ ਦੇਰ ਇਲੈਕਸ਼ਨ ਚੱਲਦੀ ਆ ਮੈਂ LBC ਨਹੀਂ ਸੁਣਾਂਗਾ। ਥੈਂਕ ਯੂ।